ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਦੱਸੋ ਕਿ ਕਿਸ ਤਰ੍ਹਾਂ ਦਾ ਰਾਜ ਸੀ ਜਿਹਦੇ ਸੁਪਨੇ ਸਾਨੂੰ ਦਿਖਾਉਂਦੇ ਨੇ। BBC ਨੇ ਪਿੱਛੇ ਜੇ ਇੱਕ ਸਰਵੇ ਕਰਾਇਆ ਜਿਸ ਦੇ ਵਿੱਚ 5000 ਦੁਨੀਆ ਦੇ ਪ੍ਰਮਾਣਿਕ ਜਿਹੜੇ ਇਤਿਹਾਸਕਾਰ ਆ ਉਹਨਾਂ ਨੇ ਡਿਊਟੀ ਲਾਈ। ਮੈਂ ਬਹੁਤ ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਦ ਸਿੱਖ ਰੂਲ ਐਂਡ ਰਣਜੀਤ ਸਿੰਘ। ਸਟ੍ਰੈਸ ਸਿੱਖੀ ਦੇ ਉੱਤੇ ਹੈ। ਕਦਰਾਂ ਕੀਮਤਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਹੜੀਆਂ ਕਦਰਾਂ ਕੀਮਤਾਂ ਸੀ ਜਿਹੜੀਆਂ ਛਾਪ ਪਾ ਗਈਆਂ ਕਿ ਹਾਂ ਵਾਕਈ ਉਹ ਰਾਜ ਹੁੰਦਾ ਸੀ? ਕੋਈ ਕਲਗੀ ਨਹੀਂ ਲਾਈ ਉਸਨੇ, ਕਿਸੇ ਤਖਤ ਤੇ ਨਹੀਂ ਬੈਠਾ, ਕੋਈ ਟਾਈਟਲ ਨਹੀਂ ਲਿਆ। ਉਸ ਨਾਲ ਉਹੀ ਕਿਸਮ ਦਾ ਸਲੂਕ ਕੀਤਾ ਜਾਵੇ ਜਿਹੜਾ ਆਮ ਇੱਕ ਸਧਾਰਨ ਵਿਅਕਤੀ ਨਾਲ ਕੀਤਾ ਜਾਂਦਾ ਇਸ ਰਾਜ ਦੇ ਵਿੱਚ। ਅੱਜ ਚਾਹੇ ਸੋ ਕਾਲਡ ਡੈਮੋਕ੍ਰੇਸੀ ਤਾਂ ਨਾਂ ਦੀ ਡੈਮੋਕ੍ਰੇਸੀ ਹੈ, ਕਿਸ ਕਿਸਮ ਦਾ ਘੱਟ ਗਿਣਤੀਆਂ ਦੇ ਨਾਲ ਦਰੈਤ ਹੋ ਰਿਹਾ। ਉਸਨੇ ਮੁਸਲਮਾਨਾਂ ਦੇ ਦਿਲ ਵੀ ਜਿੱਤੇ, ਹਿੰਦੂਆਂ ਦੇ ਦਿਲ ਵੀ ਜਿੱਤੇ। ਕਿਸੇ ਬੰਦੇ ਨੂੰ ਇਸ ਕਰਕੇ ਨਹੀਂ ਕੋਈ ਤਸੀਹੇ ਦਿੱਤੇ ਗਏ ਵੀ ਇਹ ਕਿਸੇ ਹੋਰ ਧਰਮ ਨੂੰ ਮੰਨਦਾ। ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਇਸ ਕਿਸਮ ਦੀ ਘਟਨਾ ਨਹੀਂ ਹੋਈ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ। ਜਦੋਂ ਅੱਜ ਸਿਆਸਤ ਦੇ ਵਿੱਚ ਖਲਾਅ ਜਿਹਾ ਮਚਿਆ ਹੋਇਆ ਤਾਂ ਉਸ ਵੇਲੇ ਗੱਲ ਉੱਠਦੀ ਹੈ ਕਿ ਸਾਨੂੰ ਸੁਪਨੇ ਦਿਖਾਏ ਗਏ ਸੀ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਆਵਾਂਗੇ। ਮਹਾਰਾਜਾ ਰਣਜੀਤ ਸਿੰਘ ਦਾ ਨਾਮ ਜਦੋਂ ਲਿਆ ਜਾਂਦਾ ਹੈ ਤਾਂ ਯਾਦ ਹੁੰਦਾ ਹੈ ਕਿ ਉਸ ਵੇਲੇ ਹਲੀਮੀ ਰਾਜ ਕਿਸ ਤਰ੍ਹਾਂ ਦਾ ਸੀ ਤੇ ਅੱਜ ਦੀ ਸਿਆਸਤ ਕਿਸ ਤਰ੍ਹਾਂ ਦੀ ਹੈ। ਇਸ ਸਭ ਦੇ ਵਿਚਾਲੇ ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਬੱਚਿਓ, ਆਪਣੇ ਪਿਛੋਕੜ ਵੱਲ ਝਾਤ ਮਾਰੋ, ਆਪਣੇ ਇਤਿਹਾਸ ਵੱਲ ਝਾਤ ਮਾਰੋ। ਤੁਹਾਡਾ ਇਤਿਹਾਸ ਤੁਹਾਨੂੰ ਕੀ ਕਹਿੰਦਾ ਹੈ? ਧਰਨਿਆਂ ਦੇ ਵਿੱਚ, ਪ੍ਰਦਰਸ਼ਨਾਂ ਦੇ ਵਿੱਚ ਉੱਥੇ ਗੱਲਾਂ ਹੁੰਦੀਆਂ ਨੇ ਕਿ ਇਤਿਹਾਸ ਨੂੰ ਵਾਚਣਾ ਜਿਹੜਾ ਉਹ ਬੇਹੱਦ ਜ਼ਰੂਰੀ ਹੈ। ਇਸ ਲਈ ਅਸੀਂ ਅੱਜ ਦੀ ਅਜੋਕੀ ਸਿਆਸਤ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਜਾਣਨ ਆਏ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਰਾਜ ਕਿਹੜਾ ਸੀ ਜਿਹਦੇ ਸਾਨੂੰ ਸੁਪਨੇ ਸਿਰਫ ਦਿਖਾਏ ਜਾਂਦੇ ਨੇ। ਸਿਰਫ ਇਹ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ। ਲਾਰੇ ਹੁੰਦੇ ਨੇ, ਦਾਅਵੇ ਹੁੰਦੇ ਨੇ, ਪਰ ਉਹ ਵਾਅਦੇ ਜਿਹੜੇ ਨੇ ਉਹ ਵਫਾ ਨਹੀਂ ਹੁੰਦੇ। ਸਾਡੇ ਨਾਲ ਉੱਗੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਮੌਜੂਦ ਨੇ। ਅਸੀਂ ਉਹਨਾਂ ਦੇ ਕੋਲ ਆਏ ਹਾਂ ਇਸੇ ਕਰਕੇ ਕਿਉਂਕਿ ਉਹ ਇਤਿਹਾਸ 'ਤੇ ਚੰਗੀ ਪਕੜ ਰੱਖਦੇ ਨੇ, ਲੋਕਾਂ ਨੂੰ ਸੇਧ ਦਿੰਦੇ ਨੇ, ਇਸ ਦੇ ਬਾਰੇ ਜਾਣਕਾਰੀ ਦਿੰਦੇ ਨੇ ਤੇ ਤੁਸੀਂ ਉਹ ਜਾਣਕਾਰੀ ਸੁਣਨਾ ਪਸੰਦ ਵੀ ਕਰਦੇ ਹੋ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਨ ਚੈਨਲ। ਹਾਂਜੀ, ਧੰਨਵਾਦ ਜੀ। ਤੁਹਾਨੂੰ ਵੀ, ਤੁਹਾਡੇ ਸਰੋਤਿਆਂ ਨੂੰ ਵੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਅਜੋਕੀ ਸਿਆਸਤ, ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਦੱਸੋ ਕਿ ਕਿਸ ਤਰ੍ਹਾਂ ਦਾ ਰਾਜ ਸੀ ਜਿਹਦੇ ਸੁਪਨੇ ਸਾਨੂੰ ਦਿਖਾਉਂਦੇ ਨੇ। ਦੇਖੋ, ਉਸ ਕਿਸਮ ਦਾ ਰਾਜ ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਜਗ੍ਹਾ ਨਹੀਂ ਹੋਇਆ। ਮੈਂ ਨਹੀਂ ਕਹਿ ਰਿਹਾ, BBC ਨੇ ਪਿੱਛੇ ਜੇ ਇੱਕ ਸਰਵੇ ਕਰਾਇਆ ਜਿਸ ਦੇ ਵਿੱਚ 5000 ਦੁਨੀਆ ਦੇ ਪ੍ਰਮਾਣਿਕ ਜਿਹੜੇ ਇਤਿਹਾਸਕਾਰ ਆ ਉਹਨਾਂ ਨੇ ਡਿਊਟੀ ਲਾਈ ਵੀ ਅੱਜ ਤੱਕ ਦੱਸੋ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਵਧੀਆ ਤੋਂ ਵਧੀਆ ਰਾਜ ਹੋਇਆ ਹੋਵੇ। ਉਹਨਾਂ ਨੇ 28% ਵੋਟਾਂ, 28% ਵੋਟਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦਿੱਤੀਆਂ ਜੀ ਕਿ ਉਸ ਕਿਸਮ ਦਾ ਰਾਜ ਦੁਨੀਆ ਦੇ ਕਿਸੇ ਜਗ੍ਹਾ ਤਖਤੇ 'ਤੇ ਨਹੀਂ ਹੋਇਆ। ਔਰ ਉਹ ਇਸ ਕਿਸਮ ਦਾ ਰਾਜ ਸੀ ਜਿਸ ਰਾਜ ਦੇ ਵਿੱਚ ਕੋਈ ਬੁਰਾਈ ਹੈ ਹੀ ਨਹੀਂ ਸੀ, ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਸੀ, ਕਿਸੇ ਕਿਸਮ ਦਾ ਕਿਸੇ 'ਤੇ ਤਸ਼ੱਦਦ ਨਹੀਂ ਹੋਇਆ, ਕਿਸੇ ਕਿਸਮ ਦਾ ਕਿਸੇ ਨੂੰ ਡਰਾਇਆ ਧਮਕਾਇਆ ਨਹੀਂ ਗਿਆ, ਕਿਸੇ ਕਿਸਮ ਦੀ ਧਰਮ ਪਰਿਵਰਤਨ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ। ਇਹ ਕਾਰਨ ਕੀ ਸੀ? ਇਸ ਦਾ ਕੀ ਕੌਜ਼ ਸੀ? ਉਹ ਇਸ ਕਰਕੇ ਸੀ ਕਿ ਉਹ ਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਦਰਾਂ ਕੀਮਤਾਂ 'ਤੇ ਐਸਟੈਬਲਿਸ਼ ਹੋਇਆ ਹੋਇਆ ਰਾਜ ਸੀ। ਮੈਂ ਬਹੁਤ ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਦ ਸਿੱਖ ਰੂਲ ਐਂਡ ਰਣਜੀਤ ਸਿੰਘ। ਸਟ੍ਰੈਸ ਸਿੱਖੀ ਦੇ ਉੱਤੇ ਹੈ, ਸਿੱਖਾਂ ਦੀਆਂ ਕਦਰਾਂ ਕੀਮਤਾਂ ਦੇ, ਸਿੱਖਾਂ ਦੇ ਵੈਲਿਊ ਸਿਸਟਮ 'ਤੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈਗਾ। ਉਸ ਦੇ ਹਿਸਾਬ ਦੇ ਉੱਤੇ ਉਹਨਾਂ ਕਦਰਾਂ ਕੀਮਤਾਂ ਨੂੰ ਮੱਦੇਨਜ਼ਰ ਰੱਖ ਕੇ ਰਣਜੀਤ ਸਿੰਘ ਨੇ ਇਹ ਰਾਜ ਕੀਤਾ। ਔਰ ਉਸ ਨੇ ਸਿੱਧੇ ਤੌਰ ਦੇ ਉੱਤੇ ਕੋਈ ਇਸ ਕਿਸਮ ਦਾ ਅਹੁਦਾ ਨਹੀਂ ਲਿਆ
ਆਪਣੇ ਆਪ ਨੂੰ ਕਿਹਾ ਵੀ ਸਰਕਾਰ ਏ ਖਾਲਸਾ। ਇਹ ਜਿਹੜੀ ਸਰਕਾਰ ਆ ਖਾਲਸੇ ਦੀ ਸਰਕਾਰ ਆ ਔਰ ਖਾਲਸੇ ਦੀਆਂ ਕਦਰਾਂ ਕੀਮਤਾਂ 'ਤੇ ਐਸਟੈਬਲਿਸ਼ ਹੋਈ ਵੀ ਰਾਜ ਆ। ਹੋਰ ਤੁਹਾਨੂੰ ਉਸ ਦੀਆਂ ਬਹੁਤ ਦਿਲਚਸਪ ਕਹਾਣੀਆਂ ਜਿਹੜੀਆਂ ਮੈਂ ਸਮਝਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸੇ ਰੂਲਰ ਨੇ ਕਰਕੇ ਨਹੀਂ ਦਿਖਾਈਆਂ। ਡਾਕਟਰ ਸਾਹਿਬ, ਕਦਰਾਂ ਕੀਮਤਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਹੜੀਆਂ ਕਦਰਾਂ ਕੀਮਤਾਂ ਸੀ ਜਿਹੜੀਆਂ ਛਾਪ ਪਾ ਗਈਆਂ ਕਿ ਹਾਂ ਬਾਕੀ ਉਹ ਰਾਜ ਹੁੰਦਾ ਸੀ? ਅੰਗਰੇਜ਼ੀ 'ਚ ਕਹਿੰਦੇ ਪ੍ਰੋਜ਼ਲਿਟਾਈਜੇਸ਼ਨ। ਜਿਹੜਾ ਰਾਜ ਕਰਨ ਵਾਲਾ ਉਹਦਾ ਧਰਮ ਆ ਜਿਹੜਾ, ਉਸ ਧਰਮ ਦੇ ਵਿੱਚ ਦੂਜੇ ਧਰਮ ਦੇ ਲੋਕਾਂ ਦਾ ਫੋਰਸੀਬਲੀ ਜ਼ੋਰਾ ਜ਼ਰਬੀ ਦੇ ਨਾਲ ਉਸ ਦਾ ਪਰਿਵਰਤਨ ਕਰਨਾ, ਜ਼ੋਰਾ ਜ਼ਰਬੀ ਨਾ ਕਰਨਾ ਜਾਂ ਕੋਈ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਧਰਮ ਨੂੰ ਤਬਦੀਲ ਕਰਾਉਣਾ, ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਉਹਨਾਂ ਲੋਕਾਂ ਨੂੰ, ਉਸ ਨੂੰ ਅੰਗਰੇਜ਼ੀ 'ਚ ਕਹਿੰਦੇ ਪ੍ਰੋਜ਼ਲਿਟਾਈਜੇਸ਼ਨ। ਇਹ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਇਸ ਕਿਸਮ ਦੀ ਘਟਨਾ ਨਹੀਂ ਹੋਈ ਜਿੱਥੇ ਕਿਸੇ ਨੌਨ ਸਿੱਖ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਵੇ ਵੀ ਤੂੰ ਆਪਣਾ ਧਰਮ ਬਦਲ ਲਾ। ਕਿਸੇ ਨੂੰ ਨਹੀਂ ਇਹ ਗੱਲ ਕਹੇਗੀ, ਨਾ ਕਿਸੇ ਹਿੰਦੂ ਨੂੰ ਕਹੇਗੀ, ਨਾ ਕਿਸੇ ਮੁਸਲਮਾਨ ਨੂੰ, ਨਾ ਕਿਸੇ ਹੋਰ ਨੂੰ। ਇਸ ਰਾਜ ਦੇ ਵਿੱਚ ਜ਼ਬਾਨ ਦੇ ਉੱਤੇ, ਖਿੱਤੇ ਦੇ ਉੱਤੇ, ਕੌਮੀਅਤ ਦੇ ਉੱਤੇ, ਰੇਸ ਦੇ ਉੱਤੇ, ਰੰਗ ਦੇ ਉੱਤੇ, ਰੂਪ ਦੇ ਉੱਤੇ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੋਇਆ, ਕਿਉਂਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਉਹ ਮਾਨਵਤਾ ਦਾ ਇੱਕ ਵਿਰਸਾ ਹੈ ਉਸ ਦੇ ਵਿੱਚ, ਕਿ ਉਹ ਮਾਨਵਤਾ ਦੀ ਇੱਕ ਮਤਲਬ ਵਿਰਾਸਤ ਹੈ ਜਿਹੜੀ ਗੁਰੂਆਂ ਨੇ ਮਾਨਵਤਾ ਨੂੰ ਦਿੱਤੀ ਹੈ, ਨਾ ਕਿ ਕਿਸੇ ਇੱਕ ਖਿੱਤੇ, ਇੱਕ ਲੋਕਾਂ ਨੂੰ ਜਾਂ ਇੱਕ ਖਿੱਤੇ ਨੂੰ। ਤੋ ਉਸ ਨੂੰ ਮੱਦੇ ਨਜ਼ਰ ਰੱਖ ਕੇ ਰਣਜੀਤ ਸਿੰਘ ਨੇ, ਔਰ ਇੰਨਾ ਉਹ ਸਮਰਪਿਤ ਸੀ, ਤੁਹਾਨੂੰ ਜੇ ਉਹਦੀਆਂ ਗੱਲਾਂ ਦਸੀਏ ਕਿ ਉਸ ਨੇ ਆਪਣੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੱਕ ਜਿਹੜਾ ਉਹਨਾਂ ਦਾ ਸੀ ਨਾ ਪਹਿਲੀ ਬੀੜ ਜਿਹਨੂੰ ਕਰਤਾਰਪੁਰੀ ਬੀੜ ਕਹਿੰਦੇ ਆ, ਉਹਨਾਂ ਨੇ ਆਪਣੇ ਕੋਲ ਰੱਖੀ ਹੋਈ ਸੀ। ਉਸ ਦੇ ਵਿੱਚੋਂ ਜਿਹੜਾ ਪਾਠੀ ਸੀ ਉਹ ਮਤਲਬ ਵਾਕ ਲੈਂਦਾ ਸੀ ਸੁਬਾਹ, ਮਹਾਰਾਜਾ ਰਣਜੀਤ ਸਿੰਘ ਉਹ ਵਾਕ ਸੁਣਦੇ ਸੀ ਔਰ ਫਿਰ ਉਸ ਦੀ ਵਿਆਖਿਆ ਉਸ ਤੋਂ ਕਰਵਾਉਂਦੇ ਸੀ। ਤਾਂ ਉਸ ਤੋਂ ਬਾਅਦ ਉਹ ਆਪਣਾ ਰੋਜ਼ਾਨਾ ਜੋ ਕੰਮ ਹੁੰਦਾ ਉਸ ਦਫ਼ਤਰ ਦੇ ਵਿੱਚ ਜਾ ਕੇ ਕੰਮ ਕਰਦੇ ਸੀ। ਕਿਸੇ ਬੰਦੇ ਨੂੰ ਨਾ ਜ਼ਬਾਨ ਦੇ ਉੱਤੇ, ਨਾ ਧਰਮ ਦੇ ਉੱਤੇ, ਨਾ ਕਿਸੇ ਖਿੱਤੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ। ਸਿਰਫ ਇੱਕ ਚੀਜ਼ ਦੇ ਉੱਤੇ ਨੌਕਰੀਆਂ ਦਿੱਤੀਆਂ ਗਈਆਂ ਕਿ ਉਸ ਬੰਦੇ ਦੀ ਕੀ ਮੈਰਿਟ ਹੈ, ਉਸ ਦੀ ਕੀ ਕੁਆਲੀਫਿਕੇਸ਼ਨ ਹੈ, ਉਸ ਦਾ ਕੀ ਐਕਸਪੀਰੀਅੰਸ ਹੈ। ਤੋ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਫਰਮਾਨ ਜਾਰੀ ਕੀਤਾ, ਬੜੀ ਸੁਣਨ ਵਾਲੀ ਗੱਲ ਆ, ਜਿਹੜੀ ਵਿਲੱਖਣ ਆ, ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਹੋਈ, ਚਾਹੇ ਅੱਜ ਕੱਲ੍ਹ ਸੋ ਕਾਲ ਡੈਮੋਕ੍ਰੇਸੀਜ਼ ਵੀ ਹੈਗੀਆਂ ਦੁਨੀਆ ਦੇ ਵਿੱਚ। ਉਹਨਾਂ ਨੇ ਕੀ ਕੀਤਾ, ਫਰਮਾਨ ਜਿਹੜਾ ਐਡਰੈਸਡ ਹੈ ਕੋਤਵਾਲ ਆ ਜਿਹੜਾ ਲਾਹੌਰ ਦਾ, ਜਿਹੜਾ ਲਾਹੌਰ ਕੈਪੀਟਲ ਆ, ਉਸ ਨੂੰ ਫਰਮਾਨ ਜਾਰੀ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਕਿ ਜੇ ਮੇਰੇ ਪਰਿਵਾਰ ਦਾ ਕੋਈ ਜੀ ਕਿਸੇ ਕਾਨੂੰਨ ਦੀ ਉਲੰਘਣਾ ਕਰਦਾ, ਉਸ ਨਾਲ ਉਹੀ ਕਿਸਮ ਦਾ ਸਲੂਕ ਕੀਤਾ ਜਾਵੇ ਜਿਹੜਾ ਆਮ ਇੱਕ ਸਧਾਰਨ ਵਿਅਕਤੀ ਨਾਲ ਕੀਤਾ ਜਾਂਦਾ ਇਸ ਰਾਜ ਦੇ ਵਿੱਚ। ਕਿੱਡੀ ਵੱਡੀ ਗੱਲ ਹੈ, ਅੱਜ ਤੱਕ ਕਿਸੇ ਨੇ ਨਹੀਂ ਕਹੀ। ਉਸ ਤੋਂ ਵੀ ਇੱਕ ਹੋਰ ਵੱਡੀ ਗੱਲ ਜਿਹੜੀ ਉਸੇ ਫਰਮਾਨ ਦੇ ਵਿੱਚ ਹੈ, ਜੇ ਉਹਨਾਂ ਨੇ ਐਡਰੈਸ ਕੀਤਾ ਕੋਤਵਾਲ ਨੂੰ ਕਿ ਕੋਤਵਾਲ ਸਾਹਿਬ, ਅਗਰ ਮੇਰੇ ਤੋਂ ਵੀ ਕਿਸੇ ਕਿਸਮ ਦੀ ਉਲੰਘਣਾ ਜਾਂ ਕੋਤਾਹੀ ਹੋ ਜਾਵੇ ਤਾਂ ਮੈਨੂੰ ਫੌਰਨ ਦੱਸਿਆ ਜਾਵੇ ਤਾਂ ਕਿ ਮੈਂ ਉਸ ਉਲੰਘਣਾ ਜਾਂ ਕੋਤਾਹੀ ਨੂੰ ਠੀਕ ਕਰਕੇ ਲੋਕਾਂ ਨੂੰ ਇਨਸਾਫ ਦੇ ਸਕਾਂ। ਇਹ ਫਰਮਾਨ ਆਪਣੇ ਆਪ ਦੇ ਵਿੱਚ ਦੁਨੀਆ ਦੇ ਮਨੁੱਖੀ ਇਤਿਹਾਸ ਦੇ ਵਿੱਚ ਇੱਕ ਯੂਨੀਕ ਗੱਲ ਹੈ। ਕਿਸੇ ਰਾਜੇ ਮਹਾਰਾਜੇ ਨੇ ਤਾਂ ਕੀ ਕਹਿਣਾ ਸੀ। ਅੱਜ ਕੱਲ੍ਹ ਦੀਆਂ ਜਿਹੜੀਆਂ ਡੈਮੋਕ੍ਰੈਟਿਕ ਸਟੇਟਾਂ ਹੈਗੀਆਂ ਜਿਹੜੀਆਂ ਆਪਣੇ ਆਪ ਨੂੰ ਇਸ ਗੱਲ 'ਤੇ ਫਖਰ ਕਰਦੀਆਂ, ਉਹਨਾਂ ਦੇ ਕੋਈ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਇੰਨੇ ਹੰਕਾਰ ਦੇ ਵਿੱਚ ਰਹਿੰਦੇ ਆ, ਹਜ਼ਾਰਾਂ ਗਲਤੀਆਂ ਕਰਦੇ ਆ, ਹਜ਼ਾਰਾਂ ਜ਼ੁਲਮੋ ਸਿਤਮ ਕਰਦੇ ਆ, ਘੱਟ ਗਿਣਤੀਆਂ ਦੇ ਨਾਲ ਕਿਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਆ, ਪਰ ਬਾਵਜੂਦ ਇਸ ਗੱਲ ਦੇ ਉਹਨਾਂ ਨੇ ਇਹ ਗੱਲ ਕਦੇ ਨਹੀਂ ਕਹੀ ਵੀ ਸਾਤੋਂ ਕੋਈ ਕੋਤਾਹੀ ਹੋਈ ਆ, ਸਾਤੋਂ ਕੋਈ ਕਿਸੇ ਕਾਨੂੰਨ ਦੀ ਉਲੰਘਣਾ ਹੋਈ ਆ। ਹਾਲਾਂਕਿ ਰਿਟਨ ਕਨਸਟੀਟਿਊਸ਼ਨ ਰਣਜੀਤ ਸਿੰਘ ਵੇਲੇ ਤਾਂ ਕੋਈ ਰਿਟਨ ਕਨਸਟੀਟਿਊਸ਼ਨ ਸੀ ਨਹੀਂ, ਪਰ ਰਣਜੀਤ ਸਿੰਘ ਦੀ ਸਮਰਪਿਤਾ ਸੀਗੀ ਗੁਰੂ ਗ੍ਰੰਥ ਸਾਹਿਬ ਨੂੰ। ਸਿੱਖਾਂ ਦੀ ਜਿਹੜੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਆ, ਉਸ ਨੂੰ ਸਮਰਪਿਤਾ ਦੇ ਅਧੀਨ ਆਪਣੀ ਮਾਨਸਿਕਤਾ ਦੇ 'ਚੋਂ ਵਸਾਈ ਹੋਈ ਸੀ ਔਰ ਉਹ ਮਾਨਸਿਕਤਾ ਨੂੰ ਉਹ ਟਰਾਂਸਲੇਟ ਕਰ ਰਹੇ ਸੀ ਆਪਣੇ ਐਕਸ਼ਨਾਂ ਦੇ ਵਿੱਚ।
ਚਾਹੁੰਦਾ ਤਾਂ ਮਹਾਰਾਜਾ ਰਣਜੀਤ ਸਿੰਘ ਵੀ ਔਰੰਗਜ਼ੇਬ ਦੇ ਵਾਂਗ ਜਿਸ ਤਰੀਕੇ ਨਾਲ ਬਾਦਸ਼ਾਹਤ ਬਰਕਰਾਰ ਸੀ, ਇਸ ਤਰੀਕੇ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਕਿ ਧਰਮ ਤਬਦੀਲੀ ਵੀ ਉਹਨਾਂ ਸਮੇਂ ਵਿੱਚ ਹੋ ਸਕਦੀ ਸੀ ਜੇ ਉਹ ਚਾਹੁੰਦੇ। ਨਹੀਂ, ਜੇ ਉਹ ਚਾਹੁੰਦੇ ਸਭ ਕੁਝ ਹੋ ਸਕਦਾ ਸੀ, ਪਰ ਉਹ ਇੱਕ ਡਿਸਪਲਿਨ 'ਚ ਬਣੇ ਹੋਏ ਸੀ ਜਿਹਨੂੰ ਕਹਿੰਦੇ ਆ ਸੈਲਫ ਡਿਸਪਲਿਨ, ਸੈਲਫ ਕੰਟਰੋਲ। ਸੈਲਫ ਕੰਟਰੋਲ ਤੇ ਸੈਲਫ ਡਿਸਪਲਿਨ ਸੀ ਕਿ ਰਣਜੀਤ ਸਿੰਘ ਦੀ ਸਮਰਪਤਾ ਸੀ ਗੁਰੂ ਗ੍ਰੰਥ ਸਾਹਿਬ ਨੂੰ। ਉਸ ਨੂੰ ਗੁਰੂਆਂ ਦੀ ਵਿਚਾਰਧਾਰਾ ਨੂੰ, ਗੁਰੂਆਂ ਦੀ ਵਿਰਾਸਤ ਨੂੰ ਮੱਦੇ ਨਜ਼ਰ ਰੱਖਦੇ ਉਹਨਾਂ ਦਾ ਹਰ ਐਕਸ਼ਨ ਉਸ 'ਤੇ ਬਿਲਕੁਲ ਅਨੁਕੂਲ ਸੀ। ਉਹ ਹਮੇਸ਼ਾ ਇਸ ਗੱਲ ਦਾ ਅਹਿਸਾਸ ਕਰਦੇ ਸੀ ਕਿ ਮੇਰੇ ਤੋਂ ਕੋਈ ਕਿਸੇ ਕਿਸਮ ਦੀ ਉਲੰਘਣਾ ਨਾ ਹੋ ਜਾਏ। ਡਾਕਟਰ ਸਾਹਿਬ, ਅਸੀਂ ਹਰ ਵਰਗ ਦੀ ਗੱਲ ਜਾਣਨਾ ਚਾਹਾਂਗੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਜੇ ਅਸੀਂ ਕਿਰਤੀਆਂ ਦੀ ਗੱਲ ਕਰੀਏ, ਕਿਸਾਨਾਂ ਦੀ ਗੱਲ ਕਰੀਏ, ਤਾਂ ਕੋਈ ਸਾਖੀ ਇਹੋ ਜਿਹੀ ਉਹਨਾਂ ਦੇ ਜੀਵਨ ਵਿੱਚ ਆਉਂਦੀ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਂ ਜਦੋਂ ਕਿਰਤੀ ਕਿਸਾਨ ਉਹਨਾਂ ਨੂੰ ਟੱਕਰੇ ਤਾਂ? ਹਾਂਜੀ, ਮੈਂ ਤੁਹਾਨੂੰ ਹੋਰ ਬਹੁਤ ਗੱਲਾਂ ਦੱਸਦਾ। ਜਦੋਂ ਰਣਜੀਤ ਸਿੰਘ ਕਿਸੇ ਜਗ੍ਹਾ ਲੜਾਈ ਦੇ ਮੈਦਾਨ ਵਿੱਚ ਜਾਂਦੇ ਸੀ ਤਾਂ ਉਹ ਪਹਿਲਾਂ ਅਰਦਾਸ ਕਰਦੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿ ਹੈ ਸੱਚੇ ਪਾਤਸ਼ਾਹ, ਇਹ ਜਿੱਤ ਤੇਰੀ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਟ੍ਰੈਸ ਸਾਰਾ ਵਾਹਿਗੁਰੂ ਜੀ ਕਾ ਖਾਲਸਾ 'ਤੇ ਹੀ ਮੁਕਾ ਦਿੰਦੇ ਹਾਂ। ਅਗਲੀ ਗੱਲ ਦੀ ਜਿਹੜੀ ਸਭ ਤੋਂ ਉਸ ਦਾ ਸਟ੍ਰੈਸ ਹੈਗਾ ਕਿ ਜੇ ਫਤਿਹ ਹੋਣੀ ਹੈ, ਕਿ ਜ਼ਿੰਦਗੀ ਦੇ ਵਿੱਚ ਜੋ ਕਾਮਯਾਬੀ ਹੋਣੀ ਹੈ, ਸਕਸੈਸ ਹੋਣੀ ਹੈ, ਉਹ ਗੁਰੂ ਦੀ ਸਕਸੈਸ। ਤੋ ਮਹਾਰਾਜਾ ਰਣਜੀਤ ਸਿੰਘ ਉੱਥੇ ਅਰਦਾਸ ਕਰਦੇ ਹੁੰਦੇ ਸੀ ਕਿ ਹੇ ਸੱਚੇ ਪਾਤਸ਼ਾਹ, ਮੈਂ ਲੜਾਈ ਦੇ ਮੈਦਾਨ ਵਿੱਚ ਜਾ ਰਿਹਾ, ਜੇ ਜਿੱਤ ਹੋਏਗੀ ਤੇਰੀ, ਜੇ ਹਾਰ ਹੋਏਗੀ ਮੇਰੀ। ਤੋ ਇੱਕ ਵਾਰੀ ਕੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਕਿਸੇ ਲੜਾਈ ਦੇ ਮੈਦਾਨ ਵਿੱਚ ਗਏ, ਲੜਾਈ ਜਿੱਤ ਲਈ, ਵਾਪਸ ਆਉਂਦੇ ਵੇ ਮਨ ਦੇ ਵਿੱਚ ਆ ਗਿਆ ਕਿ ਇਹ ਤਾਂ ਮੇਰੀ ਬਹੁਤ ਵੱਡੀ ਜਿੱਤ ਹੈ, ਇਹ ਤਾਂ ਮੇਰੀ ਬਹੁਤ ਵੱਡੀ ਕਾਮਯਾਬੀ ਹੈ। ਫਿਰ ਥੋੜ੍ਹੀ ਦੇਰ ਬਾਅਦ ਇਸ ਗੱਲ ਦਾ ਅਹਿਸਾਸ ਹੋਇਆ, ਆਪਣੇ ਆਪ ਨੂੰ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਕਿੱਡੀ ਵੱਡੀ ਗੁਸਤਾਖੀ ਕਰ ਲਈ, ਕਿੱਡੀ ਵੱਡੀ ਗਲਤੀ ਕਰ ਲਈ। ਮੈਨੂੰ ਇਸ ਗੱਲ ਦਾ ਹੰਕਾਰ ਹੋ ਗਿਆ, ਜਿੱਤ ਤਾਂ ਗੁਰੂ ਦੀ ਹੈ, ਜਿੱਤ ਤਾਂ ਅਕਾਲ ਪੁਰਖ ਦੀ ਹੈ, ਜਿੱਤ ਤਾਂ ਗੁਰੂ ਦੀ ਹੈ, ਅਤੇ ਮੈਂ ਆਪਣੇ ਆਪ ਦੇ ਉੱਤੇ ਲੈ ਲਈ। ਤਾਂ ਆਉਣ ਸਾਰ ਉਹਨਾਂ ਨੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਥਾਪਿਤ ਸੀਗੇ ਉਸ ਦੇ ਫਰਸ਼ ਨੂੰ ਆਪਣੀ ਦਾੜੀ ਦੇ ਨਾਲ ਸਾਫ਼ ਕੀਤਾ ਅਤੇ ਮਾफ़ੀ ਮੰਗੀ ਕਿ ਸੱਚੇ ਪਾਤਸ਼ਾਹ, ਮੇਰੇ ਤੋਂ ਇਹ ਗਲਤੀ ਹੋ ਗਈ ਹੈ। ਹੁਣ ਮੈਂ ਇੱਥੇ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਗੱਲ ਦੱਸਣ ਲੱਗਿਆ। ਇੱਕ ਬਹੁਤ ਹੀ ਇੰਪੋਰਟੈਂਟ ਇਤਿਹਾਸਕਾਰ ਨੇ ਰਣਜੀਤ ਸਿੰਘ 'ਤੇ ਇੱਕ ਕਮੈਂਟ ਕੀਤਾ। ਉਸ ਨੇ ਕੀ ਕਮੈਂਟ ਕੀਤਾ ਕਿ ਦਾ ਓਨਲੀ ਰੂਲਰ ਇਨ ਦੀ ਹਿਸਟਰੀ ਆਫ ਵਰਲਡ, ਸਾਰੀ ਦੁਨੀਆ ਦੇ ਮਾਨਵਤਾ ਦੇ ਇਤਿਹਾਸ ਦੇ ਵਿੱਚ ਇੱਕੋ ਹੀ ਰਾਜਾ ਹੋਇਆ ਜਿਹੜਾ ਹੂ ਡਾਈਡ ਅਨਕੰਕਰਡ, ਜੋ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਮੈਦਾਨੇ ਜੰਗ ਦੇ ਵਿੱਚ ਹਾਰਿਆ ਨਹੀਂ। ਨੈਪੋਲੀਅਨ ਨੂੰ ਨੈਪੋਲੀਅਨ ਦੀ ਗ੍ਰੇਟ ਕਹਿ ਦਿੰਦੇ ਆ, ਪਰ ਅਖੀਰ ਦੇ ਵਿੱਚ ਤਾਂ ਉਹ ਪ੍ਰਿਜ਼ਨਰ ਦੇ ਤੌਰ 'ਤੇ ਹੀ ਮਰਿਆ ਨਾ ਅਖੀਰ ਦੇ ਵਿੱਚ। ਇਸੇ ਤਰੀਕੇ ਨਾਲ ਅਲੈਗਜ਼ੈਂਡਰ ਹਾਰਿਆ। ਤੋ ਸਾਰੀ ਦੁਨੀਆ ਦੇ ਵੱਡੇ ਵੱਡੇ ਜਿਹੜੇ ਕੰਕਰਰ ਹੈ, ਜੇ ਉਹਨਾਂ ਦਾ ਇਤਿਹਾਸ ਘੋਖ ਕੇ ਦੇਖੀਏ ਤਾਂ ਉਹਨਾਂ ਦੀ ਜਿਹੜੀ ਅਖੀਰਲੀ ਉਮਰ ਹੈ ਉਹ ਬੜੀ ਮਤਲਬ ਇਸ ਕਿਸਮ ਦੀ ਆ ਕਿ ਅਸੀਂ ਹਾਰ ਗਏ। ਮਹਾਰਾਜਾ ਰਣਜੀਤ ਸਿੰਘ ਨੇ ਕਦੇ ਇਹ ਨਹੀਂ ਕਿਹਾ ਵੀ ਮੈਂ ਕੋਈ ਲੜਾਈ ਜਿੱਤੀ ਆ। ਉਹ ਸਾਰੀ ਜਿੱਤ ਦਾ ਜਿਹੜਾ ਜੋ ਵੀ ਉਸ ਦਾ ਸਿਲਾ ਸੀ ਉਹ ਗੁਰੂ ਨੂੰ ਦਿੰਦਾ ਸੀ। ਤੋ ਇਹ ਇੱਕ ਬਹੁਤ ਵੱਡੀ ਗੱਲ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਫਰਮਾਨ 'ਤੇ ਗੱਲ ਦੱਸੀ ਹੈ, ਕਿਰਤੀਆਂ ਲਈ ਜਿਹੜੇ ਲੋਕ ਵਿਚਾਰੇ ਜਦੋਂ ਕੋਈ ਅਕਾਲ ਪੈ ਜਾਂਦਾ ਸੀਗਾ ਉਸ ਵੇਲੇ ਤਾਂ ਜਿਹੜਾ ਮਾਲੀਆ ਸੀ ਉਸ ਨੂੰ ਮਾफ़ ਕੀਤਾ ਜਾਂਦਾ ਸੀ। ਕੋਈ ਬੰਦਾ ਇਸ ਕਿਸਮ ਦਾ ਬੇਚੈਨ ਹੋ ਕੇ ਕਿਸੇ ਦੁੱਖ ਤਕਲੀਫ ਦੇ ਵਿੱਚ ਕੋਈ ਫਰਿਆਦ ਕਰਦਾ ਸੀ ਰਣਜੀਤ ਸਿੰਘ ਨੂੰ, ਤਾਂ ਰਣਜੀਤ ਸਿੰਘ ਉਸ ਫਰਿਆਦ ਨੂੰ ਪੂਰਾ ਕਰਦਾ ਸੀ। ਔਰ ਉਹ ਇਹ ਨਹੀਂ ਸੀ ਕਹਿੰਦਾ ਵੀ ਮੈਂ ਕਰ ਰਿਹਾ। ਕੋਈ ਕਲਗੀ ਨਹੀਂ ਲਾਈ ਉਸਨੇ, ਕਿਸੇ ਤਖਤ 'ਤੇ ਨਹੀਂ ਬੈਠਾ, ਕੋਈ ਟਾਈਟਲ ਨਹੀਂ ਲਿਆ, ਕੋਈ ਉਸਨੇ ਉਹਨੂੰ ਆਪਾਂ ਵੈਸੇ ਹੀ ਕਹਿ ਦਿੰਦੇ ਹਾਂ ਮਹਾਰਾਜਾ, ਲੇਕਿਨ ਉਸਨੇ ਉਹ ਟਾਈਟਲ ਨਹੀਂ ਲਿਆ। ਤਾਂ ਉਹ ਤਾਂ ਹਮੇਸ਼ਾ ਇਹੀ ਗੱਲ ਉਸ ਦੇ ਮਨ ਦੇ ਵਿੱਚ, ਉਸ ਦੀ ਭਾਵਨਾ ਦੇ ਵਿੱਚ ਹੁੰਦੀ ਸੀ ਕਿ ਮੈਂ ਤਾਂ ਗੁਰੂ ਦੇ ਚਰਨਾਂ ਦੀ ਤੋੜ ਹਾਂ, ਗੁਰੂ ਨੂੰ ਸਮਰਪਿਤ ਹੈ, ਗੁਰੂ ਦੇ ਜਿਹੜੇ ਜੋ ਵੀ ਗੁਰੂ ਦੀ ਵਿਚਾਰਧਾਰਾ ਹੈ ਉਹ ਮੇਰੇ ਮਨ ਦੇ ਵਿੱਚ ਵਸੀ ਹੋਈ ਹੈ, ਉਹਦੀ ਉਹ ਜਿੱਤ ਹੈ, ਤਾਂ ਮੇਰੀ ਤਾਂ ਕੋਈ ਔਕਾਤ ਹੀ ਨਹੀਂ। ਔਰ ਦੇਖੋ 12 ਸਾਲ ਦੀ ਉਮਰ ਦੇ ਵਿੱਚ ਇੰਨੀ ਇੰਟੈਂਸ ਜੱਦੋ ਜਹਿਦ ਦੇ ਵਿੱਚ ਪੈ ਜਾਣਾ, ਜਿੱਥੇ ਇੱਕ ਪਾਸੇ ਮਰਾਠੇ ਆ, ਇੱਕ ਪਾਸੇ ਅਫਗਾਨ ਪਠਾਨ ਆ,
दूसरे पासे मुगल सल्तनत है, कितनियां बड़ियां चैलेंजेस है। एक पासे नेपाली गोरखे हैगे आ, एक पासे पहाड़ी हिंदू राजे है, चारे पासे मतलब ਇੰਨੀਆਂ ਮੁਸ਼ਕਿਲਾਂ, ਇੰਨੀਆਂ ਡਿਫਿਕਲਟੀਜ਼। ਔਰ ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਕਿੱਡੀ ਵੱਡੀ ਟੈਰੀਟਰੀ ਸੀ। ਬਹੁਤ ਕੁਝ ਲਿਖਿਆ ਗਿਆ ਮੁਗਲਾਂ ਦੇ ਅੰਪਾਇਰ ਬਾਰੇ। ਮੁਗਲਾਂ ਨੇ ਕਿੱਡੇ ਵੱਡੇ ਅੰਪਾਇਰ ਬਣਾਏ। ਮੁਗਲਾਂ ਦੇ ਵੱਡੇ ਤੋਂ ਵੱਡੇ ਅੰਪਾਇਰ ਤੋਂ ਵੱਡੀ ਸੀ ਅੰਪਾਇਰ ਟੈਰੀਟੋਰੀਅਲੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੇ ਤੁਸੀਂ ਉਸਦੀ ਟੈਰੀਟਰੀ ਦੇਖੋ, ਉਹ ਕਿਸੇ ਵੀ ਮੁਗਲ ਰਾਜੇ ਦੇ ਟੈਰੀਟਰੀ ਤੋਂ ਵੱਡੀ ਸੀ। ਦੇਖੋ ਕਿਸ ਤਰ੍ਹਾਂ ਸੀ। ਇੱਥੇ ਤੁਸੀਂ ਪੰਜਾਬ ਦੇ ਸਤਲੁਜ ਦੀ ਜਿਹੜੀ ਹੱਦਬੰਦੀ ਸੀਗੀ, ਸਤਲੁਜ ਤੋਂ ਲੈ ਕੇ ਇਹ ਪੰਜਾਬ ਦਾ ਹਿੱਸਾ, ਅੱਗੇ ਜੰਮੂ ਕਸ਼ਮੀਰ ਸਾਰੇ ਦਾ ਸਾਰਾ, ਲਦਾਖ ਸਾਰੇ ਦਾ ਸਾਰਾ ਜਿੱਥੇ ਹੁਣ ਝਗੜੇ ਹੋ ਰਹੇ, ਇਹ ਰਣਜੀਤ ਸਿੰਘ ਦੇ ਅੰਪਾਇਰ ਦਾ ਪਾਰਟ ਸੀਗਾ। ਇਸੇ ਤਰੀਕੇ ਨਾਲ ਅੱਜ ਦਾ ਸਾਰਾ ਪਾਕਿਸਤਾਨ, ਨਾਰਥ ਵੈਸਟਰਨ ਫਰੰਟੀਅਰ ਤੱਕ, ਜਿੱਥੇ ਤੱਕ ਪਾਕਿਸਤਾਨ ਦੀਆਂ ਹੱਦਾਂ ਨਹੀਂ ਵੀ ਪਹੁੰਚਦੀਆਂ, ਉੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਟੈਰੀਟਰੀ ਸੀ। ਐਡਾ ਬੜਾ ਅੰਪਾਇਰ ਹੁੰਦੇ ਹੋਏ ਇੰਨੇ ਲੋਕਾਂ ਨੂੰ ਮਤਲਬ ਜਿੱਥੇ ਕਿ ਬੇਚੈਨੀ ਸੀ, ਇਨਸਿਕਿਉਰਿਟੀ ਸੀ ਲੋਕਾਂ ਦੇ ਵਿੱਚ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਿਕਿਉਰਿਟੀ ਨਹੀਂ ਸੀ ਕਿ ਸਾਡੀ ਜਾਇਦਾਦ ਸਿਕਿਉਰ ਆ, ਸਾਡੀ ਜ਼ਿੰਦਗੀ ਸਿਕਿਉਰ ਆ, ਸਾਡੀ ਫੈਮਿਲੀ ਦੀ ਸੇਫਟੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਦੀਆਂ ਤੋਂ ਬਾਅਦ ਇਸ ਕਿਸਮ ਦੀ ਸਿਕਿਉਰਿਟੀ ਪੈਦਾ ਕੀਤੀ ਇਸ ਖਿੱਤੇ ਦੇ ਵਿੱਚ ਕਿ ਇੱਕ ਔਰਤ ਆਪਣੇ ਗਹਿਣੇ ਪਾ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਰਾਤ ਨੂੰ ਇਕੱਲੀ ਜਾ ਸਕਦੀ ਸੀ। ਇਸ ਕਿਸਮ ਦਾ ਲਾ ਐਂਡ ਆਰਡਰ ਉਹ ਕਿਹੜਾ ਉਸਦਾ ਮਤਲਬ ਤਰੀਕਾ ਸੀ, ਨਜ਼ਰੀਆ ਸੀ, ਜਿਸ ਦੇ ਨਾਲ ਉਸਨੇ ਇਸ ਕਿਸਮ ਦੀ ਕਰਾਮਾਤ ਕਰਕੇ ਦਿਖਾਈ। ਉਹ ਸੀ ਕਿ ਲੋਕਾਂ ਦੀ ਜਿਹੜੀ ਬੇਚੈਨੀ ਹੈ ਉਸ ਨੂੰ ਪਿਆਰ ਦੇ ਵਿੱਚ ਬਦਲ ਦਿੱਤਾ। ਸਿੱਖੀਜ਼ਮ ਦਾ ਵਰਡ ਵਿਊ ਹੈ ਲਵ, ਜੇ ਤੋਂ ਪ੍ਰੇਮ ਖਿਲਨ ਕਾ ਚਾਓ ਸਿਰ ਤਲੀ ਗਲੀ ਮੇਰੀ ਆਓ। ਤੋਂ ਪਿਆਰ ਦੇ ਨਾਲ ਲੋਕਾਂ ਦੇ ਮਨਾਂ ਦੇ ਉੱਤੇ ਰਾਜ ਕੀਤਾ ਰਣਜੀਤ ਸਿੰਘ ਨੇ। ਡਾਕਟਰ ਸਾਹਿਬ, ਇੱਕ ਹੋਰ ਜੇ ਆਪਾਂ ਧਰਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਰਾਜ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕ ਸੀ। ਕੋਈ ਇਹੋ ਜਿਹੀ ਘਟਨਾ ਕਿ ਧਰਮੀ ਲੋਕਾਂ ਦੇ ਨਾਲ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਰਹਿੰਦਾ ਸੀ? ਉਹ ਰਣਜੀਤ ਸਿੰਘ ਨੇ ਗ੍ਰਾਂਟਸ ਦਿੱਤੀਆਂ, ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਦਿੱਤੀਆਂ, ਹਿੰਦੂਆਂ ਦੇ ਧਾਰਮਿਕ ਸਥਾਨਾਂ ਨੂੰ ਵੀ ਦਿੱਤੀਆਂ, ਮੁਸਲਮਾਨਾਂ ਦੇ ਵੀ ਧਾਰਮਿਕ ਸਥਾਨਾਂ ਨੂੰ ਦਿੱਤੀਆਂ। ਸੁਨਹਿਰੀ ਮਸਜਿਦ ਸੀ ਲਾਹੌਰ ਦੇ ਵਿੱਚ, ਜਿਹੜੀ ਬਹੁਤ ਇੰਪੋਰਟੈਂਸ ਸੀ ਉਸ ਦਾ ਕੁਛ ਨੁਕਸਾਨ ਹੋਇਆ ਵੈ ਸੀ ਉਸ ਦੀਆਂ ਇਮਾਰਤ ਦਾ। ਰਣਜੀਤ ਸਿੰਘ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਪੈਸਾ ਲਾ ਕੇ ਉਸ ਇਮਾਰਤ ਨੂੰ ਠੀਕ ਠਾਕ ਕਰਾਇਆ। ਇਸੇ ਤਰੀਕੇ ਨਾਲ ਇੱਕ ਕੋਈ ਕੈਲੀਗ੍ਰਾਫਿਸਟ ਸੀ ਜਿਸ ਨੇ ਕੁਰਾਨ ਲਿਖਿਆ ਆਪਣੇ ਹੱਥ ਨਾਲ। ਉਸ ਵੇਲੇ ਛਾਪਾ ਤਾਂ ਹੁੰਦਾ ਨਹੀਂ ਸੀ, ਹੱਥ ਨਾਲ ਹੀ ਲਿਖੇ ਜਾਂਦੇ ਸੀ। ਤਾਂ ਉਸ ਨੇ ਉਹ ਆਪਣੇ ਸਿਰ 'ਤੇ ਉਠਾ ਕੇ ਕੁਰਾਨ ਲਿਜਾ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਉਸ 'ਤੇ ਨਜ਼ਰ ਪੈ ਗਈ ਤਾਂ ਉਸਨੇ ਆਪਣੇ ਜਿਹੜੇ ਜੋ ਉਸਦੇ ਕਾਉਂਸਲਰ ਸੀ ਉਹਨਾਂ ਨੂੰ ਪੁੱਛਿਆ ਵੀ ਕੌਣ ਹੈ, ਕੀ ਲੈ ਕੇ ਜਾ ਰਿਹਾ। ਤਾਂ ਉਸ ਨੂੰ ਬੁਲਾਇਆ ਗਿਆ। ਉਸਨੇ ਕਿਹਾ ਵੀ ਤੂੰ ਕੀ ਲੈ ਕੇ, ਕਿਉਂ? ਕਹਿੰਦੇ ਜੀ ਕੁਰਾਨ ਹੈ ਮੇਰੇ ਸਿਰ ਦੇ ਉੱਤੇ। ਤਾਂ ਤੂੰ ਕਿੱਥੇ ਲੈ ਕੇ ਜਾ ਰਿਹਾ? ਉਸਨੂੰ ਸਵਾਲ ਹੋਇਆ। ਉਹ ਕਹਿੰਦਾ ਜੀ ਮੈਂ ਨਿਜ਼ਾਮ ਹੈਦਰਾਬਾਦ ਦੇ ਕੋਲ ਜਾ ਰਿਹਾ, ਕਿਉਂਕਿ ਉਹ ਮੁਸਲਮਾਨ ਸੀ ਨਿਜ਼ਾਮ ਹੈਦਰਾਬਾਦ, ਅਤੇ ਉਹੀ ਇਸ ਦਾ ਮੁੱਲ ਦੇ ਸਕਦਾ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਪੁੱਛਿਆ ਵੀ ਕਿੰਨਾ ਉਸਦਾ ਤੈਨੂੰ ਕਿੰਨੀ ਐਕਸਪੈਕਟੇਸ਼ਨ ਆ। ਉਹਨੇ ਜਿੰਨੀ ਅਮਾਊਂਟ ਦੱਸੀ ਉਸ ਤੋਂ ਦੁੱਗਣੀ ਅਮਾਊਂਟ ਦੇ ਕੇ ਰਣਜੀਤ ਸਿੰਘ ਨੇ ਬੜੇ ਸਤਿਕਾਰ ਨਾਲ ਉਸ ਕੁਰਾਨ ਸ਼ਰੀਫ ਦੀ ਕਾਪੀ ਨੂੰ ਆਪਣੇ ਮੱਥੇ ਨਾਲ ਲਾ ਕੇ ਆਪਣੇ ਤੋਸ਼ੇਖਾਨੇ ਵਿੱਚ ਰੱਖਿਆ ਸਤਿਕਾਰ ਸਹਿਤ। ਜਿਸ ਕਿਸਮ ਦਾ ਸਤਿਕਾਰ ਉਸ ਗ੍ਰੰਥ ਦਾ ਬਣਦਾ ਸੀ। ਤਾਂ ਉਸਨੇ ਮੁਸਲਮਾਨਾਂ ਦੇ ਦਿਲ ਵੀ ਜਿੱਤੇ, ਹਿੰਦੂਆਂ ਦੇ ਦਿਲ ਵੀ ਜਿੱਤੇ। ਕਿਸੇ ਬੰਦੇ ਨੂੰ ਇਸ ਕਰਕੇ ਨਹੀਂ ਕੋਈ ਤਸੀਹੇ ਦਿੱਤੇ ਗਏ ਵੀ ਇਹ ਕਿਸੇ ਹੋਰ ਧਰਮ ਨੂੰ ਮੰਨਦਾ, ਕਿਸੇ ਹੋਰ ਜ਼ਬਾਨ ਨੂੰ ਮੰਨਦਾ, ਕਿਸੇ ਹੋਰ ਖਿੱਤੇ ਤੋਂ ਆ, ਕਿਸੇ ਹੋਰ ਕਬੀਲੇ ਤੋਂ ਆ। ਕਿਸੇ ਕਿਸਮ ਦਾ ਉਹਦੀ ਮਾਨਸਿਕਤਾ 'ਤੇ ਇਸ ਕਿਸਮ ਦਾ ਕੋਈ ਬੋਝ ਨਹੀਂ ਸੀ। ਸੋ ਮੱਚ ਸੋ ਬੱਚਿਆਂ ਨਾਲ ਪਿਆਰ ਕਰਨਾ। ਕਿਸ ਤਰ੍ਹਾਂ ਪਿਆਰ ਕਰਨਾ? ਕਿਸੇ ਜਗ੍ਹਾ ਬੈਠੇ ਸੀ, ਉੱਥੇ ਬੇਰੀ ਲੱਗੀ ਵੀ ਸੀ, ਤਾਂ ਬੱਚੇ ਰੋੜੀਆਂ ਮਾਰ ਕੇ ਬੇਰੀ ਤੋੜ ਰਹੇ ਸੀਗੇ। ਤਾਂ ਜਦੋਂ ਇੱਕ ਰੋੜੀ ਮਹਾਰਾਜਾ ਰਣਜੀਤ ਸਿੰਘ ਦੇ ਲੱਗੀ ਥੋੜ੍ਹੀ ਬਹੁਤੀ,
ਤਾਂ ਜਿਹੜੇ ਸਿਪਾਹੀ ਉੱਥੇ ਬੈਠੇ ਸੀ ਸਿਕਿਉਰਿਟੀ ਵਾਲੇ, ਉਹਨਾਂ ਨੇ ਭੱਜ ਕੇ ਬੱਚਿਆਂ ਨੂੰ ਫੜ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਪੇਸ਼ ਕਰ ਦਿੱਤਾ। ਤਾਂ ਰਣਜੀਤ ਸਿੰਘ ਨੇ ਹੁਕਮ ਦਿੱਤਾ ਆਪਣੇ ਖਜ਼ਾਨਚੀ ਨੂੰ ਵੀ ਇਹਨਾਂ ਬੱਚਿਆਂ ਨੂੰ ਮੋਹਰਾਂ ਦੇ ਦਿਓ। ਤਾਂ ਉਹ ਕਹਿਣ ਲੱਗੇ ਮਹਾਰਾਜ ਇਹ ਤਾਂ ਤੁਹਾਡੇ ਤੇ ਰੂੜੀ ਵੱਜੀ ਹੈ, ਇਹਨਾਂ ਬੱਚਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਹ ਕਹਿੰਦਾ ਨਹੀਂ, ਜੇ ਬੇਰੀ ਨੂੰ ਰੂੜੀ ਮਾਰ ਕੇ ਬੇਰ ਇਹਨਾਂ ਨੂੰ ਮਿਲਣੇ ਸੀ ਤਾਂ ਮੈਂ ਤਾਂ ਫਿਰ ਵੀ ਰਾਜਾ, ਤੇ ਮੈਨੂੰ ਗੁਰੂ ਨੇ ਰਾਜ ਬਖਸ਼ਿਸ਼ ਕੀਤਾ, ਤਾਂ ਗੁਰੂ ਦੇ ਬਖਸ਼ੇ ਹੋਏ ਰਾਜ ਦੇ ਵਿੱਚੋਂ ਮੈਂ ਇਹਨਾਂ ਨੂੰ ਸਿਰਫ ਮੋਹਰਾਂ ਹੀ ਦਊਂਗਾ, ਮੈਂ ਇਹਨੂੰ ਸਜ਼ਾ ਨਹੀਂ ਦਊਂਗਾ। ਤੋ ਇਸ ਕਿਸਮ ਦਾ ਇਨਸਾਫ ਜਿਸ ਦੇ ਵਿੱਚ ਕੋਈ ਕਿਸਮ ਦਾ ਪ੍ਰੈਜੁਡਿਸ ਨਹੀਂ। ਅੱਜ ਦੁਨੀਆ ਦੀਆਂ ਜੁਡੀਸ਼ਰੀਆਂ ਉਹ ਕਮਿਊਨਲ ਹੈ, ਔਰ ਕਿਸ ਕਿਸਮ ਦੇ ਉਹ ਇਨਸਾਫ ਦੇ ਰਹੀਆਂ ਜਿਹਦੇ ਵਿੱਚ ਬੇਇਨਸਾਫੀ ਭਰੀ ਹੋਈ ਹੈ। ਪਰ ਗੁਰੂ ਜਿਹੜਾ ਰਣਜੀਤ ਸਿੰਘ ਦਾ ਰਾਜ ਸੀ ਉਸ ਦੇ ਇਨਸਾਫ ਦੇ ਵਿੱਚ ਪਿਆਰ, ਸਤਿਕਾਰ ਤੇ ਇਨਸਾਫ ਸੀ। ਡਾਕਟਰ ਸਾਹਿਬ, ਹਿੰਦੂ ਭਾਈਚਾਰੇ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਕੋਈ ਘਟਨਾ ਦੱਸੋ ਤਾਂ ਕਿ ਉਹ ਵੀ ਪਤਾ ਚੱਲ ਸਕੇ ਕਿ ਕਿਸ ਤਰ੍ਹਾਂ ਦਾ ਫੈਸਲੇ ਲੈਂਦੇ ਸੀ। ਰਣਜੀਤ ਸਿੰਘ ਨੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਸੋਨੇ ਦੀ ਮਤਲਬ ਬਹੁਤ ਵੱਡੇ ਵਡਮੁੱਲੇ ਸੋਨੇ ਲਾ ਕੇ ਉਹਨਾਂ ਇਮਾਰਤਾਂ ਨੂੰ ਸਜਾਇਆ ਤਾਂ ਕਿ ਇਸ ਗੱਲ ਨੂੰ ਮਹਿਸੂਸ ਕੀਤਾ ਜਾਵੇ ਵੀ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਪੱਖਪਾਤ ਨਹੀਂ। ਇਹ ਸਭ ਦਾ ਸਾਂਝੀਵਾਲ ਰਾਜ ਆ ਜੋ ਗੁਰੂ ਨੇ ਬਖਸ਼ਿਸ਼ ਕੀਤਾ। ਤੋ ਇਸੇ ਤਰੀਕੇ ਦੇ ਨਾਲ ਹਿੰਦੂਆਂ ਦੇ ਵਿੱਚ ਗਊ ਆ ਜਿਹੜੀ, ਉਸ ਨੂੰ ਸੇਕਰਡ ਮੰਨਿਆ ਜਾਂਦਾ। ਤਾਂ ਰਣਜੀਤ ਸਿੰਘ ਦਾ ਇਹ ਆਰਡਰ ਸੀ ਕਿ ਕਿਸੇ ਵੀ ਬੰਦੇ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਗਊ ਦਾ ਹੱਤਿਆ ਕਰਕੇ ਉਸ ਦਾ ਗੋਸ਼ਤ ਖਾਵੇ। ਮਤਲਬ ਮੁਸਲਮਾਨਾਂ 'ਤੇ ਇਸ ਗੱਲ ਦੀ ਪਾਬੰਦੀ ਸੀ। ਈਸਾਈ ਵੀ ਸੀ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ, ਬਾਹਰੋਂ ਆਏ ਯੂਰਪ ਦੇ, ਉਹ ਵੀ ਤੁਹਾਨੂੰ ਪਤਾ ਗਊ ਖਾਂਦੇ ਆ। ਪਰ ਉਹਨਾਂ ਨੇ ਹਿੰਦੂ ਸੈਂਟੀਮੈਂਟਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਕਿ ਗਊਆਂ ਦਾ ਮਾਸ ਖਾਧਾ ਜਾਏ, ਕਿਉਂਕਿ ਗਊਆਂ ਦੇ ਸੈਂਟੀਮੈਂਟਸ ਹਿੰਦੂਆਂ ਦੇ ਨਾਲ ਜੁੜੇ ਹੋਏ ਆ। ਉਹ ਉਸ ਨੂੰ ਸੇਕਰਡ ਮਤਲਬ ਮੰਨਦੇ ਆ। ਤੋ ਇਸ ਕਰਕੇ ਗੁਰੂ ਰਣਜੀਤ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਕਿਸੇ ਵੀ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਉਹਨਾਂ ਦਾ ਸਤਿਕਾਰ ਹੋਣਾ ਚਾਹੀਦਾ, ਔਰ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਰਣਜੀਤ ਸਿੰਘ ਨੇ ਔਰ ਫਿਰ ਦੇਖੋ ਹੋਰ ਗੱਲ ਹੈ, ਕਿੰਨੀਆਂ ਕੌਂਕੁਐਸਟ ਕੀਤੀਆਂ, ਸਾਰੀਆਂ ਕੌਂਕੁਐਸਟ ਹੀ ਚੱਲ ਰਿਹਾ। ਰਣਜੀਤ ਸਿੰਘ ਨੇ ਕੋਈ ਚੀਜ਼ ਇਨਹੈਰਿਟ ਨਹੀਂ ਕੀਤੀ, ਬਹੁਤ ਵੱਡੀ ਚੀਜ਼। ਇੱਕ ਮਿਸਲ ਦੇ ਸਰਦਾਰ ਸੀ, ਔਰ ਮਿਸਲ ਦੇ ਸਰਦਾਰ ਤੋਂ ਬਾਅਦ 12 ਸਾਲ ਦਾ ਇੱਕ ਬੱਚਾ ਉਸ ਜੱਦੋ ਜਹਿਦ ਦੇ ਵਿੱਚ ਪੈ ਗਿਆ ਜਿਸ ਦੇ ਵਿੱਚ ਮਤਲਬ ਸਾਰੇ ਪਾਸੇ ਹੀ ਮੁਸ਼ਕਲਾਂ ਸੀ। ਮਿਸਲਾਂ ਦੀ ਵੀ, ਦੂਸਰੀਆਂ ਮਿਸਲਾਂ ਦੀ ਅਪੋਜੀਸ਼ਨ ਸੀ। ਇਸੇ ਤਰੀਕੇ ਦੇ ਨਾਲ ਹਿੰਦੂ ਹਿੱਲ ਰਾਜਿਆਂ ਦੀ ਬੜੀ ਅਪੋਜੀਸ਼ਨ ਸੀ, ਮੁਗਲਾਂ ਦੀ ਅਪੋਜੀਸ਼ਨ ਸੀ, ਨੇਪਾਲ ਦੇ ਵਿੱਚੋਂ ਗੋਰਖਿਆਂ ਦੀ ਅਪੋਜੀਸ਼ਨ ਸੀ, ਪਠਾਨਾਂ ਦੀ ਅਪੋਜੀਸ਼ਨ ਸੀ, ਫਿਰ ਅੰਗਰੇਜ਼ਾਂ ਦਾ ਵੀ ਬਹੁਤ ਬੜਾ ਉਹ ਆ ਰਹੇ ਸੀ ਚੜ੍ਹਾਈ ਕਰਦੇ ਹੋਏ। ਤਾਂ ਰਣਜੀਤ ਸਿੰਘ ਨੇ ਕਿਸੇ ਇੱਕ ਬੰਦੇ ਨੂੰ ਇਸ ਗੱਲ ਲਈ ਉਸ ਦੇ ਨਾਲ ਕਿਸੇ ਕਿਸਮ ਦਾ, ਜਦੋਂ ਕੌਂਕੁਐਸਟ ਵੀ ਹੁੰਦੀ ਸੀ, ਇਹ ਹੁਕਮ ਸੀ ਰਣਜੀਤ ਸਿੰਘ ਦਾ ਆਪਣੀਆਂ ਫੌਜਾਂ ਨੂੰ, ਸਖਤ ਹੁਕਮ ਸੀ ਕਿ ਕਿਸ ਮੈਦਾਨੇ ਜੰਗ ਦੇ ਵਿੱਚ ਤੁਸੀਂ ਕਿਸੇ ਦਾ ਦੁਸ਼ਮਣ ਦਾ ਨੁਕਸਾਨ ਕਰ ਸਕਦੇ ਹੋ, ਉਹ ਵੀ ਉਹਨਾਂ ਦੇ ਫੌਜੀਆਂ ਦਾ, ਪਰ ਕਿਸੇ ਸਿਵਲੀਅਨ ਪਾਪੂਲੇਸ਼ਨ ਨੂੰ ਤੁਸੀਂ ਇੱਕ ਚੁੰਡੀ ਵੀ ਨਹੀਂ ਵੱਢਣੀ, ਉਸ ਨੂੰ ਕਿਸੇ ਕਿਸਮ ਦਾ ਡਰ ਵੀ ਨਹੀਂ ਦੇਣਾ, ਉਸ ਨੂੰ ਕਿਸੇ ਕਿਸਮ ਦਾ ਭੈ ਵੀ ਨਹੀਂ ਦੇਣਾ। ਤੋ ਉਸ ਤੋਂ ਬਾਅਦ ਵੀ ਜਿਨ੍ਹਾਂ ਰਾਜਿਆਂ ਨੂੰ, ਨਵਾਬਾਂ ਨੂੰ, ਹੋਰ ਲੋਕਾਂ ਨੂੰ ਜਿਨ੍ਹਾਂ ਤੋਂ ਰਾਜ ਖੋਇਆ, ਉਹਨਾਂ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਬੜੇ ਮੁਆਵਜ਼ੇ ਦਿੱਤੇ ਗਏ ਤਾਂ ਕਿ ਉਹ ਆਪਣੀ ਜ਼ਿੰਦਗੀ ਜਿਸ ਕਿਸਮ ਦੀ ਉਹ ਬਸਰ ਕਰਦੇ ਸੀ ਉਸ ਕਿਸਮ ਦੀ ਬਸਰ ਕਰ ਸਕਣ। ਉਹਨਾਂ ਦੇ ਦਿਲਾਂ ਨੂੰ ਜਿੱਤਿਆ ਗਿਆ, ਲੋਕਾਂ ਦੇ ਦਿਲਾਂ ਨੂੰ ਜਿੱਤ ਗਿਆ। ਉਹਨਾਂ ਜਿਹੜੇ ਐਸਟਵਾਈ ਰੂਲਰ ਸੀ ਜਿਨ੍ਹਾਂ ਤੋਂ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਨੇ ਲਈਆਂ ਔਰ ਆਪਣੇ ਰਾਜ 'ਚ ਮਿਲਾਈਆਂ, ਸਿੱਖ ਰਾਜ 'ਚ ਮਿਲਾਈਆਂ, ਉਹਨਾਂ ਦੇ ਨਾਲ ਵੀ ਬਹੁਤ ਦਰਿਆ ਦਿਲੀ ਵਾਲਾ ਸਲੂਕ ਕੀਤਾ ਗਿਆ। ਡਾਕਟਰ ਸਾਹਿਬ, ਹੁਣ ਜੇ ਆਪਾਂ ਉਸੇ ਸਵਾਲ 'ਤੇ ਮੈਂ ਫਿਰ ਆਉਣਾ ਕਿ ਅੱਜ ਕਿਸਾਨੀ ਸੜਕਾਂ 'ਤੇ ਹੈ, ਅੱਜ ਸਾਡੇ ਕੰਮੀ ਸੜਕਾਂ 'ਤੇ ਨੇ, ਅੱਜ ਸਾਡੇ ਕਿਰਤੀ ਸੜਕਾਂ ਦੇ ਉੱਤੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੁਣ ਕਿਹਾ ਜਾਂਦਾ ਹੈ ਕਿ ਜੇ ਉਹ ਵੇਲਾ ਹੁੰਦਾ
ਕਿਸ ਤਰ੍ਹਾਂ ਕਿਸਾਨ ਬੁੱਲੇ ਲੁੱਟਦੇ ਸੀ ਫਸਲਾਂ? ਅੱਜ ਕੱਲ੍ਹ ਤਾਂ ਨਿਤ ਦਿਨ ਖੁਦਕੁਸ਼ੀਆਂ, ਹਰ ਰੋਜ਼ ਅਖਬਾਰਾਂ ਭਰੀਆਂ ਹੁੰਦੀਆਂ ਖੁਦਕੁਸ਼ੀਆਂ ਦੇ, ਰੋਜ਼ ਕੇਸ ਸਾਹਮਣੇ ਆਉਂਦੇ ਨੇ। ਉਸ ਵੇਲੇ ਕਿਸਾਨੀ ਖੁਸ਼ਹਾਲ ਕਿਸ ਤਰ੍ਹਾਂ ਸੀ? ਕਿਸ ਤਰ੍ਹਾਂ ਮੁੱਲ ਸੀ? ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ MSP ਜਾਂ ਉਸ ਵੇਲੇ ਕਿੱਦਾਂ ਦੇ ਭਾਅ ਮਿਲਦੇ ਸੀ? ਦੇਖੋ, ਉਸ ਵੇਲੇ ਜਿਹੜੀ ਕਿਸਾਨੀ ਸੀ ਉਸ ਦੇ ਉੱਤੇ ਰਣਜੀਤ ਸਿੰਘ ਬੜਾ ਮਤਲਬ ਇੰਨਾ ਥੋੜ੍ਹਾ ਉਸ ਦੇ ਉੱਤੇ ਲਗਾਨ ਲਾਉਂਦੇ ਸੀ ਜਿਹਦੇ ਨਾਲ ਆਸਾਨੀ ਨਾਲ ਦੇ ਸਕਣ। ਜੇ ਫਰਜ਼ ਕਰੋ ਕਿਸੇ ਮੌਸਮ ਦੀ ਬੇਮੁਖੀ ਦੇ ਨਾਲ ਉੱਥੇ ਜ਼ਿਆਦਾ ਬਾਰਿਸ਼ ਪੈ ਗਈ ਜਾਂ ਸੋਕਾ ਪੈ ਗਿਆ ਤਾਂ ਉਹਨਾਂ ਨੂੰ ਉਸੇ ਵੇਲੇ ਜਿਹੜਾ ਉਹਦਾ ਮਾਲੀਆ ਸੀ ਉਹ ਮਾਫ ਕੀਤਾ ਜਾਂਦਾ ਸੀ, ਔਰ ਹੋਰ ਕਿਸੇ ਕਿਸਮ ਦੀਆਂ ਵੀ ਉਹਨਾਂ ਨੂੰ ਸਹਾਇਤਾ ਦਿੱਤੀਆਂ ਜਾਂਦੀਆਂ ਸੀ। ਗੁਰੂ ਦੇ ਲੰਗਰ ਚੱਲਦੇ ਸੀ, ਔਰ ਜਿਹੜੀ ਰਣਜੀਤ ਸਿੰਘ ਦੀ ਮਤਲਬ ਜੋ ਟਰੇਅਰ ਆ ਉਸ ਦੇ ਵਿੱਚੋਂ ਗੁਰੂ ਦੇ ਲੰਗਰ ਦੇ ਲਈ ਪੈਸੇ ਜਾਂਦੇ ਸੀ, ਔਰ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਦੇ ਉੱਤੇ ਜਗੀਰਾਂ ਲੱਗੀਆਂ ਹੋਈਆਂ ਸੀ, ਗੁਰਦੁਆਰਿਆਂ ਦੇ ਨਾਂ ਦੇ ਉੱਤੇ ਜਗੀਰਾਂ, ਜਾਇਦਾਦਾਂ, ਜ਼ਮੀਨਾਂ ਲੱਗੀਆਂ ਹੋਈਆਂ ਸੀ। ਤੋ ਉਹ ਸਾਰੀ ਜਿਹੜੀ ਪ੍ਰਕਿਰਿਆ ਹੈਗੀ ਹੈ ਉਹ ਇਸ ਕਰਕੇ ਨਹੀਂ ਵੀ ਉਹ ਸਿੱਖ ਸੀ। ਉਸ ਲੰਗਰ ਦੇ ਵਿੱਚੋਂ ਇੱਕ ਸਾਡੀ ਗੁਰੂਆਂ ਨੇ ਦਿੱਤੀ ਹੋਈ ਟ੍ਰੈਡੀਸ਼ਨ ਹੈ, ਗੁਰੂ ਨਾਨਕ ਮਹਾਰਾਜ ਨੇ, ਉਹ ਲੰਗਰ ਦੇ ਵਿੱਚ ਕੋਈ ਬੰਦਾ ਵੀ ਭੁੱਖਾ ਜਿਹੜਾ ਉਹ ਜਾ ਕੇ ਖਾ ਸਕਦਾ ਸੀ, ਪੀ ਸਕਦਾ ਸੀ, ਤੇ ਉਸ ਦੇ ਉੱਤੇ ਜਿਸ ਕਿਸਮ ਦੀ ਉੱਥੇ ਸਹੂਲਤਾਂ ਸੀ ਉਹ ਲੈ ਸਕਦਾ ਸੀ। ਇੱਕ ਹੋਰ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਰਾਤ ਵੇਲੇ ਜਿਹੜਾ ਉਹ ਜਾ ਕੇ ਆਪਣੇ ਰਾਜ ਵਿੱਚ ਦੌਰਾ ਕਰਦੇ ਸੀ, ਲੋਕਾਂ ਨੂੰ ਮਿਲਦੇ ਸੀ। ਕੋਈ ਇਹੋ ਜਿਹੀ ਘਟਨਾ ਜਿਸ ਦੇ ਨਾਲ ਲੋਕਾਂ ਨੂੰ ਹੁਣ ਸੇਧ ਮਿਲੇ ਕਿ ਇਸ ਤਰ੍ਹਾਂ ਦਾ ਰਾਜ ਸੀ ਉਹ? ਜੇ ਹੁਣ ਤੁਸੀਂ ਗੱਲ ਕਿਸਾਨਾਂ ਦੀ, ਵਿਚਾਰਿਆਂ ਦੀ ਕੀਤੀ ਆ ਜਿਹੜੇ ਧਰਨੇ ਲਾਈ ਬੈਠੇ ਆ, ਜੇ ਰਣਜੀਤ ਸਿੰਘ ਦਾ ਰਾਜ ਹੁੰਦਾ ਅੱਜ, ਜੇ ਰਣਜੀਤ ਸਿੰਘ ਵਰਗਾ ਰਾਜ ਹੁੰਦਾ ਤਾਂ ਜਿਹੜਾ ਹੁਕਮਰਾਨ ਹੈ ਉਹਨੂੰ ਉੱਥੇ ਪਹੁੰਚਣਾ ਚਾਹੀਦਾ ਸੀ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ, ਉਹਨਾਂ ਦਾ ਦੁਖਾਂਤ ਸੁਣਨਾ ਚਾਹੀਦਾ ਸੀ, ਔਰ ਉਹਨਾਂ ਨੂੰ ਰਾਹਤ ਦੇਣੀ ਚਾਹੀਦੀ ਸੀ। ਪਰ ਬਦਕਿਸਮਤੀ ਇਸ ਦੀ ਆ ਕਿ ਅੱਜ ਦਾ ਜਿਹੜਾ ਰੂਲਰ ਹੈ ਉਹ ਹੰਕਾਰ ਦੇ ਵਿੱਚ ਮਤਲਬ ਭਸਮ ਹੋਇਆ ਹੋਇਆ, ਉਸ ਹੰਕਾਰ ਦੇ ਵਿੱਚੋਂ ਨਿਕਲ ਹੀ ਨਹੀਂ ਸਕਦਾ। ਤੋ ਅੱਜ ਚਾਹੇ ਸੋ ਕਾਲਡ ਡੈਮੋਕ੍ਰੇਸੀ ਤਾਂ ਨਾਂ ਦੀ ਡੈਮੋਕ੍ਰੇਸੀ ਹੈ, ਕਿਸ ਕਿਸਮ ਦਾ ਘੱਟ ਗਿਣਤੀਆਂ ਦੇ ਨਾਲ ਦਰੈਤ ਹੋ ਰਿਹਾ, ਉਹਨਾਂ ਦੇ ਨਾਲ ਕਿਸ ਕਿਸਮ ਦਾ ਅਤਿਆਚਾਰ ਹੋ ਰਿਹਾ, ਕਿਸ ਕਿਸਮ ਦੀ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਇਹ ਤਾਂ ਜੱਗ ਜ਼ਾਹਰ ਹੈ। ਤੋ ਇਸ ਕਰਕੇ ਰਣਜੀਤ ਸਿੰਘ ਵਰਗਾ ਦਿਲ, ਰਣਜੀਤ ਸਿੰਘ ਵਰਗਾ ਆਊਟਲੁੱਕ, ਰਣਜੀਤ ਸਿੰਘ ਵਰਗੀਆਂ ਜਿਹੜੀਆਂ ਜਿਸ ਕਿਸਮ ਦੇ ਉਸਨੇ ਕਾਰਨਾਮੇ ਕੀਤੇ ਆ ਉਹ ਤਾਂ ਮਤਲਬ ਦੁਨੀਆ ਦੇ ਇਤਿਹਾਸ ਦੇ ਵਿੱਚ, ਮੈਂ ਤਾਂ ਨਹੀਂ ਕਹਿ ਰਿਹਾ, BBC ਨੇ ਸਰਵੇ ਕਰਕੇ 5000 ਇਤਿਹਾਸਕਾਰਾਂ ਦੀ ਡਿਊਟੀ ਲਾ ਕੇ ਐਸਟੈਬਲਿਸ਼ ਕਰਤੀ ਹੈ ਇਹ ਗੱਲ। ਤੋ ਉਸ ਕਿਸਮ ਦਾ ਰਾਜ ਤਾਂ ਹੀ ਹੋ ਸਕਦਾ ਹੈ ਜੇ ਰਾਜੇ ਦੇ ਵਿੱਚ ਉਹਨਾਂ ਕਦਰਾਂ ਕੀਮਤਾਂ ਲਈ ਸਮਰਪਿਤਤਾ ਹੋਵੇ। ਤਾਂ ਉਹ ਸਮਰਪਿਤਤਾ ਤਾਂ ਹੈ ਨਹੀਂ। ਜਿਹੜੇ ਰੂਲਰ ਆ, ਚਾਹੇ ਪੰਜਾਬ ਦਾ ਰੂਲਰ ਆ, ਚਾਹੇ ਬਾਹਰਲੇ ਦਿੱਲੀ ਦੇ ਰੂਲਰ ਆ, ਉਹ ਹੰਕਾਰ ਦੇ ਵਿੱਚ ਭਰੇ ਬੈਠੇ ਆ, ਉਹ ਹਉਮੈ ਦੇ ਵਿੱਚ ਪੂਰੀ ਤਰ੍ਹਾਂ ਗਲਤੀਨ। ਤੋ ਜਿਹੜਾ ਬੰਦਾ ਹਉਮੈ ਤੇ ਹੰਕਾਰ ਦਾ ਸ਼ਿਕਾਰ ਹੋਵੇ ਉਹ ਕਦੇ ਉਹਦੇ 'ਚ ਦਇਆ ਦ੍ਰਿਸ਼ਟੀ ਤਾਂ ਹੋ ਹੀ ਨਹੀਂ ਸਕਦੀ। ਰਣਜੀਤ ਸਿੰਘ ਦੇ ਵਿੱਚ ਦਇਆ ਦ੍ਰਿਸ਼ਟੀ ਸੀ, ਉਹ ਗੁਰੂ ਨੂੰ ਸਮਰਪਿਤ ਸੀ, ਉਹਨਾਂ ਕਦਰਾਂ ਕੀਮਤਾਂ ਨੂੰ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਉਸਨੇ ਸਮੋਇਆ ਹੋਇਆ ਸੀ। ਤੋ ਇਸ ਕਰਕੇ ਉਸ ਦੇ ਪੀਰੀਅਡ ਵਰਗੀ ਜਿਹੜੀ ਰਾਜ ਆ, ਲੋਕ, ਮੈਂ ਬਹੁਤ ਦੇਰ ਪਹਿਲਾਂ ਸੋਚਦਾ ਸੀ ਸ਼ਾਇਦ ਅਕਬਰ ਦਾ ਰਾਜ ਇਸ ਤੋਂ ਬਿਹਤਰ ਹੋਵੇ, ਸ਼ਾਇਦ ਅਸ਼ੋਕ ਦਾ ਰਾਜ ਇਸ ਤੋਂ ਬਿਹਤਰ ਹੋਵੇ, ਕਿਉਂਕਿ ਉਹਨੂੰ ਇਤਿਹਾਸ ਦੇ ਵਿੱਚ ਅਸ਼ੋਕ ਦੀ ਗ੍ਰੇਟ, ਅਕਬਰ ਦੀ ਗ੍ਰੇਟ ਕਹਿੰਦੇ। ਪਰ ਹੁਣ ਤਾਂ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ। ਔਰ ਉਹਨਾਂ ਨੇ ਇਹੀ ਨਹੀਂ ਵੀ ਉਹਨਾਂ ਰਾਜਿਆਂ ਮਹਾਰਾਜਿਆਂ ਦੀ ਜਿਹੜੇ ਮਿਡੀਵਲ ਪੀਰੀਅਡ 'ਚ, ਐਂਸ਼ੀਅੰਟ ਪੀਰੀਅਡ 'ਚ ਹੋਏ ਆ, ਉਹਨਾਂ ਨੇ ਅੱਜ ਦੇ ਰੂਲਰਾਂ ਨੂੰ ਵੀ, ਇਬਰਾਹਿਮ ਲਿੰਕਨ ਜਿਹੜਾ ਇਤਨਾ ਪਾਪੂਲਰ, ਜਿਸਨੇ ਮਤਲਬ ਜਿਹੜੀ ਕਾਲਿਆਂ ਦੇ ਨਾਲ ਹੋ ਰਹੇ ਧੱਕੇ, ਕਾਲਿਆਂ ਨਾਲ ਹੋ ਰਹੀ ਡਿਸਕ੍ਰਿਮੀਨੇਸ਼ਨ ਔਰ ਸਲੇਵਰੀ ਨੂੰ ਖ਼ਤਮ ਕੀਤਾ ਅਮਰੀਕਾ ਦੇ ਵਿੱਚ, ਉਹਨੂੰ ਵੀ ਵਿੱਚ ਲਿਆ, ਉਹਨੂੰ ਸਿਰਫ 2% ਵੋਟਾਂ ਪਈਆਂ। ਪਰ ਰਣਜੀਤ ਸਿੰਘ ਦੇ ਮਤਲਬ ਰਾਜ ਦੇ ਵਿੱਚ ਤਾਂ ਇਸ ਕਿਸਮ ਦੀ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਮੈਂ ਕੱਲ੍ਹ ਹੀ ਇੱਕ ਕਿਤਾਬ ਪੜ੍ਹ ਰਿਹਾ ਸੀ, ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜੇ ਵਿਚਾਰੇ ਕਾਲੇ ਸੀ ਉਹਨਾਂ ਨੂੰ ਤਾਂ ਹਿਊਮਨ ਬੀਇੰਗ ਸਮਝਿਆ ਹੀ ਨਹੀਂ ਸੀ ਜਾਂਦਾ। ਇੰਨੀ ਉਹਨਾਂ ਦੇ ਨਾਲ ਦੁਰਦਸ਼ਾ ਹੁੰਦੀ ਸੀ, ਇੰਨੀ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਸੀ ਕਿ ਉਹਨਾਂ ਨੂੰ ਹਿਊਮਨ ਬੀਇੰਗਸ ਹੀ ਨਹੀਂ ਸਮਝਿਆ ਜਾਂਦੇ ਵੀ ਸਲੇਵ ਤਾਂ ਹਿਊਮਨ ਬੀਇੰਗ ਹੈ ਹੀ ਨਹੀਂ, ਉਹ ਜੁਰਿਸਟਿਕ ਪਰਸਨ ਹੀ ਨਹੀਂ ਹੈਗੇ। ਤੋ ਇਸ ਕਿਸਮ ਦੀ ਮਤਲਬ ਅੱਜ ਵੀ ਉੱਥੇ ਦੇਖੋ ਰੈੱਡ ਇੰਡੀਅਨਸ ਨਾਲ ਕੀ ਹੋ ਰਿਹਾ, ਅਮਰੀਕਾ 'ਚ ਦੇਖੋ ਕਾਲਿਆਂ ਨਾਲ ਵਿਚਾਰਿਆਂ ਨਾਲ ਹੁਣ ਵੀ ਕੀ ਹੋ ਰਿਹਾ। ਜਿੰਨੇ ਵੀ ਇਨਕਾਊਂਟਰ ਹੁੰਦੇ ਹੈ ਉਹਨਾਂ ਨਾਲੋਂ ਬਹੁਤ ਫੀਸਦੀ ਇਨਕਾਊਂਟਰ ਕਾਲਿਆਂ ਦੇ ਹੁੰਦੇ ਆ, ਗੋਰਿਆਂ ਦੇ ਇਨਕਾਊਂਟਰ ਬਹੁਤ ਘੱਟ ਹੁੰਦੇ, ਕਿਉਂਕਿ ਪੁਲਿਸ ਗੋਰਿਆਂ ਦੀ ਆ,
ਉੱਥੇ ਰਾਜ ਗੋਰਿਆਂ ਦਾ। ਤੋ ਅੱਜ ਦੀ ਸੰਦਰਭ ਦੇ ਵਿੱਚ ਵੀ ਅਸੀਂ ਦੇਖੀਏ ਤਾਂ ਜਿਹੜੇ ਰਾਜੇ ਆ ਉਹ ਹੰਕਾਰ ਦੇ ਨਾਲ ਭਰ ਕੇ ਆਪਣੇ ਹੀ ਲੋਕਾਂ ਦਾ ਫਾਇਦਾ ਕਰਦੇ ਆ, ਦੂਸਰੇ ਲੋਕਾਂ ਦੇ ਨਾਲ ਉਹਨਾਂ ਦੇ ਇਨਸਾਫ ਦੀ ਨਿਗਾਹ ਹੀ ਨਹੀਂ ਜਾਂਦੀ। ਤੋ ਰਣਜੀਤ ਸਿੰਘ ਦਾ ਤਾਂ ਮੁਕਾਬਲਾ ਹੋ ਹੀ ਨਹੀਂ ਸਕਦਾ। ਉਸ ਨੇ ਦੇਖੋ, ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਲੜਾਈ ਦੇ ਮੈਦਾਨ 'ਚ ਹਾਰਿਆ ਹੀ ਨਹੀਂ। ਬਹੁਤ ਮੈਨੂੰ ਆਪ ਉਹ ਮੈਂ ਪੜ੍ਹੀ ਕਿਸੇ ਹਿਸਟੋਰੀਅਨ ਦੀ ਲਿਖੀ ਹੋਈ ਗੱਲ ਰੀਸੈਂਟਲੀ, ਔਰ ਮੈਨੂੰ ਬੜੇ ਉਸ ਗੱਲ ਦਾ ਚੰਬਾ ਲੱਗਿਆ ਵੀ ਵਾਟ ਏ ਗ੍ਰੇਟ ਮੈਨ, ਹੀ ਵਾਜ਼ ਦ ਗ੍ਰੇਟੈਸਟ ਆਫ ਦੀ ਗ੍ਰੇਟ। ਤੋ ਲੇਕਿਨ ਉਸ ਨੇ ਆਪਣੇ ਆਪ ਨੂੰ ਇਸ ਕਿਸਮ ਦੇ ਕੋਈ ਰੁਤਬੇ ਨਹੀਂ ਲਏ, ਇਸ ਕਿਸਮ ਦੇ ਕੋਈ ਉਹ ਨਹੀਂ ਲਏ ਵੀ ਮੈਂ ਰਾਜਾ ਜਾਂ ਮਹਾਰਾਜਾ ਜਾਂ ਮਹਾਰਾਜਨ ਕੇ ਰਾਜਨ, ਇਸ ਕਿਸਮ ਦੀ ਕੋਈ ਗੱਲ ਨਹੀਂ ਕਹੀ। ਸੋ ਦਰਸ਼ਕੋ, ਸਾਡੇ ਨਾਲ ਉੱਘੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਮੌਜੂਦ ਨੇ। ਅਸੀਂ ਉਹਨਾਂ ਤੋਂ ਜਾਣ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸ ਤਰ੍ਹਾਂ ਦਾ ਹੁੰਦਾ ਸੀ। ਇਸ ਭਾਗ ਦੇ ਵਿੱਚ ਅਸੀਂ ਅਜੋਕੀ ਜਿਹੜੀ ਮੌਜੂਦਾ ਸਿਆਸਤ ਹੈ ਉਸ ਦੇ ਉੱਤੇ ਗੱਲਬਾਤ ਇਸ ਲਈ ਨਹੀਂ ਕੀਤੀ ਕਿਉਂਕਿ ਅਸੀਂ ਦੂਜਾ ਭਾਗ ਜਿਹੜਾ ਉਹ ਨਾਲ ਹੀ ਉਹਦਾ ਲਿੰਕ ਦੇ ਰਹੇ ਹਾਂ, ਉਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਸੋ ਤੁਸੀਂ ਜਾਣਿਆ ਕਿ ਕਿਸ ਤਰੀਕੇ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਤੇ ਉਸ ਦੇ ਵਿੱਚ ਕਿਸ ਤਰ੍ਹਾਂ ਲੋਕ ਪ੍ਰਜਾ ਕਿਸ ਤਰ੍ਹਾਂ ਸੁਖੀ ਰਹਿੰਦੀ ਸੀ। ਲੋਕ ਆਸ ਕਰਦੇ ਨੇ ਕੋਈ ਅਜਿਹਾ ਰਾਜ ਹੋਵੇ ਜਿਹੜਾ ਇਸ ਸਮੇਂ ਦੇ ਵਿੱਚ ਕੋਈ ਅਜਿਹਾ ਰਜਵਾੜਾਸ਼ਾਹੀ ਤਾਂ ਨਹੀਂ ਰਹੀ ਇਸ ਵੇਲੇ, ਪਰ ਕੋਈ ਆ ਕੇ ਸਾਡੇ ਉੱਤੇ ਇਸ ਤਰੀਕੇ ਨਾਲ ਰਾਜ ਕਰੇ ਕਿ ਸਾਨੂੰ ਜਿਹੜਾ ਉਹ ਪਤਾ ਲੱਗੇ ਕਿ ਰਾਜਿਆਂ ਦੇ ਰਾਜ ਵਿੱਚ ਜਾਂ ਸਿਆਸੀ ਲੀਡਰਾਂ ਦੇ ਰਾਜ ਵਿੱਚ ਪ੍ਰਜਾ ਖੁਸ਼ ਕਿਸ ਤਰ੍ਹਾਂ ਰਹਿੰਦੀ ਹੈ, ਕਿਸ ਤਰ੍ਹਾਂ ਜਿਹੜਾ ਉਹ ਇੱਕ ਹਲੀਮੀ ਰਾਜ ਜਿਹੜਾ ਉਹ ਸਾਨੂੰ ਸਾਹਮਣੇ ਲਿਆ ਕੇ ਦਿਖਾਇਆ ਜਾਂਦਾ ਹੈ ਕਿ ਇਹ ਹੈ ਅਸਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਦੂਜਾ ਭਾਗ ਦੇਖਣਾ ਨਾ ਭੁੱਲਿਓ ਜਿਸ ਦੇ ਵਿੱਚ ਅਸੀਂ ਅਜੋਕੀ ਸਿਆਸਤ ਬਾਰੇ ਗੱਲ ਕਰਾਂਗੇ।